ਕੀ ਹੋਇਆ ਜੇ ਕਾਗਜ਼ ਉੱਤੇ ਸਵੈ ਜੀਵਨੀ ਅਸਾਂ ਕਦੇ ਨਹੀਂ ਲਿਖੀ, ਪਰ ਜੋ ਲਿਖਿਆ ਅਸਾਂ ਕਰਮ ਕਿਤਾਬੇ, ਸਾਨੂੰ ਜਿਉਂਦਿਆਂ ਜੀ ਉਹ ਲਿਖਤ ਨਹੀਂ ਦਿਖੀ। ਬੇਧਿਆਨੇ ਹੀ ਆਪਣੇ ਆਪ ਸਾਡੇ ਕਰਮ ਦੇ ਵਰਕੇ ਭਰਦੇ ਰਹੇ। ਅੰਤ ਰੋਵਾਂਗੇ ਪੜ੍ਹ ਕੇ ਆਤਮ ਕਥਾ ਕਿ ਅਸੀਂ ਜੀਵਨ ਵਿੱਚ ਕੀ ਕਰਦੇ ਰਹੇ। ਜੇ ਚਾਹੁੰਦੇ ਹਾਂ ਹੋਵੇ ਅਗਲਾ ਸਫ਼ਰ ਸੁਖਾਲਾ, ਸੂਖਮਾ ਕਰਨੀ ਆਪਣੀ ਵਾਚ ਲੈ। ਕਰਮ ਸਫ਼ੇ ਤੇ ਲਿਖਣਾ ਸਿੱਖ ਲੈ, ਨਾਲੇ ਸਿੱਖ ਤੂੰ ਜੀਵਨ ਜਾਚ ਲੈ, ਨਾਲੇ ਸਿੱਖ ਤੂੰ ਜੀਵਨ ਜਾਚ ਲੈ। ਚੈਨਲ ਤੂੰ ਸੱਤ ਅਖੰਡ ਜੋਤ ਵੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਪ੍ਰੋਗਰਾਮ ਸੁਗੜ ਵਿਚਾਰ ਵਿੱਚ ਮੇਰੇ ਅੱਜ ਬੋਲਣ ਦਾ ਪਹਿਲੂ ਹੈ ਸਵੈ ਜੀਵਨੀ। ਸਾਹਿਤ ਦੇ ਖੇਤਰ ਵਿੱਚ ਬੜੀ ਪ੍ਰਚਲਿਤ ਇਹ ਸਵੈ ਜੀਵਨੀ ਦੀ ਰੀਤ ਨਾ ਸਿਰਫ ਲਿਖਾਰੀਆਂ ਲਈ ਇੱਕ ਆਕਰਸ਼ਿਤ ਵਿਸ਼ਾ ਹੈ, ਬਲਕਿ ਪੜ੍ਹਨ ਵਾਲਿਆਂ ਲਈ ਵਧੇਰੇ ਖਿੱਚ ਦਾ ਕੇਂਦਰ ਬਣੀ ਹੋਈ ਹੈ। ਸਵੈ ਜੀਵਨੀ ਉਹ ਲਿਖਤ ਹੈ ਜਿਸ ਵਿੱਚ ਲਿਖਾਰੀ ਭਾਵ ਕਿ ਸਵੈ ਜੀਵਨੀਕਾਰ ਆਪਣੀ ਜ਼ਿੰਦਗੀ ਦੀਆਂ ਤਮਾਮ ਪ੍ਰਭਾਵਸ਼ਾਲੀ ਘਟਨਾਵਾਂ ਦਾ ਜ਼ਿਕਰ ਕਰਦਾ ਹੋਇਆ ਉਹਨਾਂ ਘਟਨਾਵਾਂ ਤੋਂ ਹੋਏ ਅਨੁਭਵਾਂ ਨੂੰ ਆਪਣੀ ਸਮਝ ਦੇ ਤਕਾਜ਼ੇ ਨਾਲ ਲਫ਼ਜ਼ਾਂ ਦੇ ਲਿਬਾਸ ਦੁਆਰਾ ਕਲਮਬੱਧ ਕਰਦਾ ਹੈ। ਸਵੈ ਜੀਵਨੀ ਵਿੱਚ ਲਿਖਾਰੀ ਆਪਣੀ ਆਪ ਬੀਤੀ ਦਾ ਪੁਨਰ ਨਿਰਮਾਣ ਕਰਦਾ ਹੋਇਆ ਆਪਣੀ ਲਿਖਤ ਨੂੰ ਆਤਮ ਕਥਾ ਕਹਿ ਕੇ ਸੰਬੋਧਿਤ ਕਰਦਾ ਹੈ। ਸਵੈ ਜੀਵਨੀ ਲਿਖਣ ਦਾ ਹਰ ਲੇਖਕ ਦਾ ਇੱਕ ਵੱਖਰਾ ਮਨੋਰਥ ਹੁੰਦਾ ਹੈ। ਕੁਝ ਸਵੈ ਜੀਵਨੀਆਂ ਲਿਖਣ ਪਿੱਛੇ ਲਿਖਾਰੀ ਦਾ ਮਨੋਰਥ ਆਪਣੇ ਅਨੁਭਵ ਹੋਰਨਾਂ ਨਾਲ ਸਾਂਝਿਆਂ ਕਰ ਸਿੱਖਿਆ ਪ੍ਰਦਾਨ ਕਰਨਾ ਵੀ ਰਿਹਾ ਹੈ, ਤਾਂ ਕਿ ਉਹਨਾਂ ਦੇ ਅਨੁਭਵਾਂ ਤੋਂ ਸੇਧ ਲੈ ਪਾਠਕ ਸਿੱਖਿਆ ਦੇ ਸਦਉਪਯੋਗ ਦੁਆਰਾ ਭਾਂਤ ਪ੍ਰਕਾਰ ਦੇ ਪੱਖਾਂ ਜਾਂ ਖੇਤਰਾਂ ਵਿੱਚ ਸਹਿਲੇ ਹੀ ਉੱਭਰ ਸਕਣ। ਸਵੈ ਜੀਵਨੀ ਵਿੱਚ ਮਿਲੀਆਂ ਸਮਝਾਂ ਦਾ ਅਸਰ ਸਮੇਂ ਦੇ ਸਮਾਜ, ਸੱਭਿਆਚਾਰ, ਰਾਜਨੀਤੀ ਅਤੇ ਸਾਹਿਤ ਦੇ ਖੇਤਰ ਵਿੱਚ ਵੇਖਣ ਨੂੰ ਖੂਬ ਮਿਲਿਆ ਹੈ ਕਿ ਭਾਈ ਰਣਧੀਰ ਸਿੰਘ ਜੀ ਦੀਆਂ ਜੇਲ੍ਹ ਚਿੱਠੀਆਂ ਅੱਜ ਵੀ ਪ੍ਰਚਲਿਤ ਹਨ। ਗਦਰੀ ਬਾਬਾ ਸੋਹਣ ਸਿੰਘ ਭਕਨਾ ਜੀ ਦੀ ਮੇਰੀ ਰਾਮ ਕਹਾਣੀ ਅਤੇ ਜੀਵਨ ਸੰਗਰਾਮ ਨੇ ਆਜ਼ਾਦੀ ਘੁਲਾਟੀਆਂ ਨੂੰ ਖੂਬ ਪ੍ਰਭਾਵਿਤ ਕੀਤਾ ਸੀ, ਪਰ ਬਹੁਤੀ ਵਾਰ ਸਵੈ ਜੀਵਨੀਆਂ ਲਿਖਣ ਪਿੱਛੇ ਕਾਰਨ ਲਿਖਾਰੀ ਦਾ ਪਛਤਾਵਾ ਭਾਵ ਵੀ ਰਿਹਾ ਹੈ। ਫਿਲਾਸਫਰ ਰੂਸੋ ਅਤੇ ਸੇਂਟ ਆਗਸਟਾਈਨ ਵਰਗੀਆਂ ਪ੍ਰਸਿੱਧ ਹਸਤੀਆਂ ਆਪਣੀ ਸਵੈ ਜੀਵਨੀ ਨੂੰ ਨਾਮ ਦਿੰਦੀਆਂ ਹਨ ਕਨਫੈਸ਼ਨ, ਭਾਵ ਕਬੂਲ ਕਰ ਲੈਣ ਦਾ ਭਾਵ, ਗਲਤੀਆਂ ਮੰਨ ਲੈਣ ਦਾ ਭਾਵ, ਜਿਨ੍ਹਾਂ ਦਾ ਇਨਡਾਇਰੈਕਟ ਮਨੋਰਥ ਪਾਠਕ ਨੂੰ ਉਹੀ ਗਲਤੀ ਕਰਨ ਤੋਂ ਰੋਕਣਾ ਵੀ ਹੁੰਦਾ ਹੈ। ਸਾਰ ਵਜੋਂ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਸਵੈ ਜੀਵਨੀਕਾਰ ਵੱਲੋਂ ਪਾਠਕ ਲਈ ਨਿਚੋੜ ਦੇ ਰੂਪ ਵਿੱਚ ਦਿੱਤੀ ਉਹ ਜਾਣਕਾਰੀ ਹੁੰਦੀ ਹੈ ਜੋ ਪਾਠਕ ਨੂੰ ਉਸਦੇ ਜੀਵਨ ਵਿੱਚ ਸਹੀ ਜਾਂ ਗਲਤ ਦਾ ਫਰਕ ਦੱਸਦੀ ਹੈ। ਪਰ ਇਹ ਸਵੈ ਜੀਵਨੀ ਹਰ ਕੋਈ ਨਹੀਂ ਲਿਖਦਾ, ਨਾ ਹੀ ਹਰ ਕੋਈ ਪੜ੍ਹਦਾ ਹੈ। ਕੁਝ ਲਿਖਦੇ ਨੇ, ਕੁਝ ਉਹਨਾਂ ਤੋਂ ਪ੍ਰਭਾਵਿਤ ਹੋਏ ਪੜ੍ਹਦੇ ਨੇ, ਜੋ ਪੜ੍ਹਦੇ ਨੇ ਅਗਾਂਹ ਉਹੀ ਹੋਰ ਪ੍ਰਭਾਵਿਤ ਹੁੰਦੇ ਨੇ। ਪਰ ਇੱਕ ਸਵੈ ਜੀਵਨੀ ਐਸੀ ਵੀ ਹੈ ਜੋ ਅਸੀਂ ਸਭ ਲਿਖਦੇ ਹਾਂ, ਉਹ ਸਵੈ ਜੀਵਨੀ ਜੋ ਆਤਮਕ ਤਲ ਤੇ ਸਾਡੀ ਆਤਮ ਕਥਾ ਵਜੋਂ ਜਾਣੀ ਜਾਂਦੀ ਹੈ, ਸਾਡੀ ਕਰਮਾਂ ਦੀ ਕਿਤਾਬ, ਜਿਸ ਨੂੰ ਅਸੀਂ ਹਰ ਪਹਿਰ ਆਪ ਲਿਖਿਆ, ਹਰ ਕਰਨੀ ਕਰਦੇ ਉਸਨੂੰ ਆਟੋਮੈਟਿਕਲੀ ਕਰਮਾਂ ਦੇ ਸਫ਼ੇ ਤੇ ਆਪ ਲਿਖਤੀ ਰੂਪ ਵਿੱਚ ਉਤਾਰਦੇ ਗਏ। ਪਰ ਕਾਗਜ਼ 'ਤੇ ਲਿਖੀ ਸਵੈ ਜੀਵਨੀ ਅਤੇ ਕਰਮਾਂ ਦੀ ਕਿਤਾਬ ਰੂਪੀ ਆਤਮ ਕਥਾ ਵਿੱਚ ਇੱਕ ਗਹਿਰਾ ਅੰਤਰ ਇਹ ਹੈ ਕਿ ਕਾਗਜ਼ 'ਤੇ ਲਿਖੀ ਸਵੈ ਜੀਵਨੀ ਜਿੱਥੇ ਵਧੇਰੇ ਕਰਕੇ ਲੇਖਕ ਦੇ ਸੰਸਾਰ ਤੋਂ ਤੁਰ ਜਾਣ ਮਗਰੋਂ ਸੰਸਾਰ ਵਿੱਚ ਪਬਲਿਸ਼ ਹੁੰਦੀ ਹੈ, ਤੇ ਉਹ ਸਵੈ ਜੀਵਨੀ ਸੰਸਾਰ ਦੇ ਪੜ੍ਹਨ ਵਾਸਤੇ ਲੇਖਕ ਵੱਲੋਂ ਸਿੱਖਿਆ ਸੇਧ ਦੇਣ ਦੇ ਮਨੋਰਥ ਨਾਲ ਸੰਸਾਰ ਨੂੰ ਪ੍ਰਦਾਨ ਕੀਤੀ ਜਾਂਦੀ ਹੈ, ਜਿਸ ਦੇ ਲਿਖਣ ਮਗਰੋਂ ਲੇਖਕ ਦੇ ਕੀਤੇ ਜਾਂ ਲਿਖੇ ਦਾ ਲੇਖਕ 'ਤੇ ਕੋਈ ਪ੍ਰਭਾਵ ਨਹੀਂ ਪੈਂਦਾ। ਪਰ ਕਰਮ ਦੀ ਕਿਤਾਬ ਰੂਪੀ ਸਵੈ ਜੀਵਨੀ ਬੇਸ਼ੱਕ ਭਾਵੇਂ ਲੇਖਕ ਵੱਲੋਂ ਉਸਦੀ ਤਾਂ ਉਮਰੇ ਲਿਖੀ ਜਾਂਦੀ ਹੈ, ਪਰ ਉਹ ਕਿਤਾਬ ਪਬਲਿਸ਼ ਉਦੋਂ ਹੁੰਦੀ ਹੈ ਜਦੋਂ ਲੇਖਕ ਇਸ ਜਹਾਨ ਨੂੰ ਛੱਡਦਾ ਹੈ। ਸੰਸਾਰ ਛੱਡਣ ਮਗਰੋਂ ਪਬਲਿਸ਼ ਹੋਈ ਇਹ ਸਵੈ ਜੀਵਨੀ ਦੀ ਕਿਤਾਬ ਉਸ ਵੱਲੋਂ ਸੰਸਾਰ ਵਿੱਚ ਕੀਤੇ ਹਰ ਕਰਮ ਦਾ ਆਪ ਮੁਹਾਰੇ ਹਲਫੀਆ ਬਿਆਨ ਬਣਦੀ ਹੈ। ਲੇਖਕ ਵੱਲੋਂ ਲਿਖੀ ਅਤੇ ਛਾਪੀ ਉਸਦੇ ਅਸਲ ਕਾਰਜਕਾਰੀ ਦੀ ਅਸਲ ਆਤਮ ਕਥਾ ਭਾਵ ਕੇ ਕਰਮਾਂ ਦੀ ਕਿਤਾਬ ਵਾਲੀ ਅਸਲ ਸਵੈ ਜੀਵਨੀ ਬਣਦੀ ਹੈ, ਜਿਸ ਨੂੰ ਸਵੈ ਜੀਵਨੀਕਾਰ ਮੌਤੋਂ ਉਪਰੰਤ ਆਪ ਹੱਥ ਵਿੱਚ ਫੜ ਅਗਾਂਹ ਆਪਣੇ ਅਗਲੇ ਸਫ਼ਰ ਤੇ ਤੁਰਦਾ ਹੈ। ਉਸ ਸਫ਼ਰ ਤੇ ਜਿਸ ਬਾਰੇ ਗੁਰੂ ਗੁਰਬਾਣੀ ਫਰਮਾਨ ਕਰਦੀ ਹੈ, ਜਹਾ ਪੰਥ ਤੇਰਾ ਕੋ ਨਾ ਸਿਆਨੋ। ਤੇ ਜਦੋਂ ਇਕੱਲਾ ਸਫ਼ਰ ਤੇ ਤੁਰਿਆ ਜਾਂਦਾ ਜੀਵ ਆਪਣੇ ਹੱਥ ਵਿੱਚ ਫੜੀ ਆਪਣੀ ਕਰਮਾਂ ਦੀ ਕਿਤਾਬ ਰੂਪੀ ਸਵੈ ਜੀਵਨੀ ਨੂੰ ਖੋਲ੍ਹ ਕੇ ਪੜ੍ਹਨਾ ਸ਼ੁਰੂ ਕਰਦਾ ਹੈ ਤਾਂ ਆਪਣੇ ਹੱਥੀਂ ਲਿਖੀ ਲਿਖਤ ਹੀ ਉਸਨੂੰ ਭੈ ਭੀਤ ਕਰ ਦਿੰਦੀ ਹੈ। ਇਹ ਉਹ ਕਿਤਾਬ ਹੁੰਦੀ ਹੈ ਜਿਸ ਵਿੱਚ ਲਿਖੇ ਹਰ ਹਰਫ ਦਾ ਜਵਾਬ ਰੱਬ ਜੀਵ ਤੋਂ ਆਪ ਮੰਗਦਾ ਹੈ। ਫਰਮਾਨ ਹੈ ਲੇਖਾ ਰੱਬ ਮੰਗੇਸੀਆ, ਤੂੰ ਆਹੋ ਕਿਹੜੇ ਕੰਮ।
ਇਸ ਲਈ ਲੋੜ ਹੈ ਅੱਜ ਵਿਚਾਰਨ ਦੀ ਕਿ ਅੱਜ ਸਾਡੇ ਵੱਲੋਂ ਕੀਤੇ ਕਰਮ ਜਦੋਂ ਸਾਹਿਬ ਸਤਿ ਸ੍ਰੀ ਅਕਾਲ ਪੁਰਖ ਮੂਲ ਪਿਤਾ ਪਦਮ ਪਤ ਪੁਰਖ ਪਿਤਾ ਜੀ ਦੇ ਸਾਹਵੇਂ ਕਰਮ ਦੀ ਕਿਤਾਬ ਵਿੱਚ ਲਿਖੇ ਹਰਫਾਂ ਜਾਂ ਕਹਿ ਲਓ ਸਾਡੀ ਆਤਮ ਕਥਾ ਵਜੋਂ ਜਾਣਗੇ ਤਾਂ ਕੀ ਏਕ ਪਿਤਾ ਏਕਸ ਕੇ ਹਮ ਬਾਰਿਕ ਦੇ ਮਹਾਵਾਕਾਂ ਅਨੁਸਾਰ ਅਸੀਂ ਉਸ ਪਦਮ ਪੁਰਖ ਸਮਰੱਥ ਪਿਤਾ ਦੀ ਔਲਾਦ ਕਹਿਲਾਉਣ ਦੇ ਕਾਬਿਲ ਹੋਵਾਂਗੇ। ਆਪਦੇ ਪਿਤਾ ਨਾਲ ਨਜ਼ਰਾਂ ਮਿਲਾਉਣ ਦੇ ਲਾਇਕ ਵੀ ਹੋਵਾਂਗੇ, ਕਿਉਂਕਿ ਜੇ ਉੱਥੇ ਆਪਣੀ ਹੀ ਲਿਖੀ ਸਵੈ ਜੀਵਨੀ ਨੇ ਸਾਨੂੰ ਸਾਡੀਆਂ ਹੀ ਨਿਗਾਹਾਂ ਵਿੱਚ ਸੁੱਟ ਦਿੱਤਾ ਤਾਂ ਮੂਲ ਪੁਰਖ ਪਿਤਾ ਜੀ ਦੀ ਨਿਗਾਹ ਵਿੱਚ ਅਸੀਂ ਕਿਵੇਂ ਵਸਾਂਗੇ। ਇਸ ਲਈ ਅੱਜ ਸਮਾਂ ਰਹਿੰਦਿਆਂ ਭਗਤ ਫਰੀਦ ਜੀ ਦੇ ਇਹਨਾਂ ਬਚਨਾਂ ਤੋਂ ਸੇਧ ਲੈ ਲਈ। ਫਰੀਦਾ ਜੇ ਤੂੰ ਅਕਲ ਲਤੀਫ ਕਾਲੇ ਲਿਖ ਨਾ ਲੇਖ, ਲਿਖੀਏ ਉਹ ਜੋ ਆਪ ਪੜ੍ਹਦਿਆਂ ਖੁਸ਼ੀ ਮਹਿਸੂਸ ਕਰ ਸਕੀਏ, ਨਾ ਕਿ ਸ਼ਰਮਿੰਦਗੀ ਤੇ ਪਛਤਾਵਾ। ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।